मैं रणबीर सिंह राणा। प्रधानमंत्री नरेंद्र मोदी 5 जनवरी ਨੂੰ ਫਿਰੋਜ਼ਪੁਰ ਆ ਰਹੇ ਨੇ। ਵੱਡੀ ਰੈਲੀ ਹੋ ਰਹੀ ਹੈ। 2022 ਦਾ ਚੋਣ ਬਿਗਲ ਵਜਾਇਆ ਜਾਵੇਗਾ। ਚਰਚਾ ਇਹ ਵੀ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਵਿੱਚੋਂ ਹੋਰ ਪਾਰਟੀਆਂ ਦੇ ਵਿੱਚੋਂ ਵੱਡੇ ਆਗੂ ਭਾਜਪਾ ਜੁਆਇਨ ਕਰਨਗੇ। ਇਸੇ ਦੇ ਵਿਚਾਲੇ ਪਿਛਲੇ ਦਿਨਾਂ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ पार्टी ਦੇ ਵਿੱਚੋਂ ਭਾਜਪਾ 'ਚ ਸ਼ਾਮਲ ਹੋਏ। 4 ਵਾਰ ਦੇ ਵਿਧਾਇਕ ਨੇ, ਸਾਬਕਾ ਮੰਤਰੀ, ਮੌਜੂਦਾ ਵਿਧਾਇਕ ਨੇ ਤੇ ਇਸ ਵੇਲੇ ਸਾਡੇ ਨਾਲ ਨੇ ਰਾਣਾ ਗੁਰਮੀਤ ਸਿੰਘ ਸੋਢੀ। ਸੋਢੀ ਜੀ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਰਣਬੀਰ ਜੀ। ਸੋਢੀ ਸਾਹਿਬ, ਪਹਿਲਾ ਤਾਂ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ 1985 ਤੋਂ ਜਾਂ ਉਸ ਤੋਂ ਵੀ ਪਹਿਲਾਂ 1976 ਤੋਂ ਸ਼ਾਇਦ ਤੁਸੀਂ ਸਹੀ ਦੱਸ ਸਕੋਗੇ ਕਿ ਕਾਂਗਰਸ ਦਾ ਇੱਕ ਐਡਾ ਵੱਡਾ ਸਿਪਾ ਸਲਾਰ, ਜਰਨੈਲ, 4 ਵਾਰ ਦਾ ਵਿਧਾਇਕ, ਮੰਤਰੀ ਅਜਿਹਾ ਕੀ ਹੋ ਗਿਆ ਕਿ ਭਾਜਪਾ 'ਚ ਚਲੇ ਗਿਆ? ਮਜਬੂਰੀ ਸੀ, ਲਾਲਚ ਸੀ, ਮੌਕਾ ਪ੍ਰਸਤੀ ਸੀ, ਕੀ ਸੀ? ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੇਰਾ 40 ਸਾਲ ਤੋਂ ਉੱਪਰ ਕੈਰੀਅਰ ਹੈ ਕਾਂਗਰਸ ਪਾਰਟੀ 'ਚ। ਔਰ ਜਦ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤੇ ਉਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀਗੇ ਔਰ ਸੰਜੇ ਗਾਂਧੀ ਜੀ ਯੂਥ ਕਾਂਗਰਸ ਦੇ ਉਹਨਾਂ ਦੀ ਲੀਡਰਸ਼ਿਪ ਥੱਲੇ ਯੂਥ ਕਾਂਗਰਸ ਚੱਲਦੀ ਸੀ। ਅੰਬਿਕਾ ਸੋਨੀ ਜੀ ਪ੍ਰਧਾਨ ਸੀ ਸਾਡੇ। मैं 76-77 की गल कर रहा। लेकिन जो नियम, जो डिसिपलिन, जो सैकुलरिज्म की वजह करके कांग्रेस की एक छवि सीगी और जो आइडियोलॉजी सीगी, वो सारिया चीज़ां इन्हां कुछ सालों दे विच घटदियां इस वेले खत्म हो चुकियां ने, डिमोलिश हो चुकियां ने। कांग्रेस पार्टी इज़ नो मोर ए सैकुलर पार्टी ऑफ इंडिया। अज कांग्रेस पार्टी दे विच शामिल होने वास्ते या जिहड़े शामिल है ने या जिहड़े काम कर रहे ने, वो जात पात नूं सब तो पहलां अगे रखते हैं भी तुसीं किहड़ी जात दे हो जी, तुहाडा किस कम्यूनिटी दे नाल ताल्लुकात है। ਤੁਸੀਂ ਦੇਖਿਆ ਹੋਵੇਗਾ ਕਿ ਡਿਟੀਰੀਓਰੇਸ਼ਨ ਹੁੰਦਿਆਂ ਇਹੋ ਜਿਹੀਆਂ ਕਟੌਤੀਆਂ ਹੁੰਦੀਆਂ ਕਾਸਟਿਜ਼ਮ 'ਚ ਪੈ ਜਾਣਾ, ਵੰਡੈਟਾ ਪੋਲੀਟਿਕਸ 'ਚ ਪੈ ਜਾਣਾ। ਤੇ ਕਾਂਗਰਸ ਨੇ ਉਦੋਂ ਤੋਂ ਲੈ ਕੇ, ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਅਸੈਸੀਨੇਸ਼ਨ ਹੋਇਆ ਸੀ ਔਰ ਉਸ ਤੋਂ ਬਾਅਦ ਰਾਜੀਵ ਜੀ ਪ੍ਰਧਾਨ ਮੰਤਰੀ ਬਣੇ ਸੀ, ਇਲੈਕਸ਼ਨ ਹੋਇਆ ਸੀ ਔਰ ਉਹਦੇ 'ਚ 400 ਕਿੰਨੀਆਂ ਸੀਟਾਂ ਕਾਂਗਰਸ ਪਾਰਟੀ ਜਿੱਤ ਕੇ ਆਈ ਸੀ। ਲੇਕਿਨ ਕੁਛ ਕੁਦਰਤ ਵੱਲੋਂ ਕਹਿ ਲਓ ਜਾਂ ਅਣਗਹਿਲੀਆਂ ਵੱਲੋਂ ਕਹਿ ਲਓ ਜਾਂ ਜਿਹੜੇ ਸਲਾਹਕਾਰ ਨੇ ਕਾਂਗਰਸ ਪਾਰਟੀ ਦੇ ਉੱਚ ਨੇਤਾਵਾਂ ਦੇ, ਉਹਨਾਂ ਦੀ ਕਮਜ਼ੋਰੀ ਜਾਂ ਸਹੀ ਇਨਫੋਰਮੇਸ਼ਨ ਨਾ ਦੇਣ ਦੀ ਵਜ੍ਹਾ ਕਰਕੇ ਇਹ ਸਾਰਾ ਕੁਛ ਇੱਕ ਰੇਤਾ ਦੇ ਮਹਿਲ ਦੀ ਤਰ੍ਹਾਂ ਗਿਰ ਕੇ ਥੱਲੇ ਆ ਗਿਆ। ਹੁਣ 2022 ਆ ਰਿਹਾ, ਤੁਸੀਂ ਕੰਟੈਸਟ ਕਰਨ ਜਾ ਰਹੇ ਹੋ? ਬਿਲਕੁਲ ਜੀ, ਮੈਂ ਕੰਟੈਸਟ ਕਰਾਂਗਾ। ਲੇਕਿਨ ਮੈਂ ਕੰਟੈਸਟ, ਤੁਹਾਡੇ ਅਗਲੇ ਸਵਾਲ ਦਾ ਵੀ ਜਵਾਬ ਨਾਲ ਹੀ ਦੇ ਦੇਣਾ, ਮੈਂ ਕੰਟੈਸਟ ਉੱਥੋਂ ਕਰਾਂਗਾ ਜਿੱਥੋਂ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ। ਗੁਰੂ ਹਰਸਹਾਏ ਤੋਂ ਤੁਸੀਂ 4 ਵਾਰ, ਉਸ ਜਨਤਾ ਦਾ ਤੁਹਾਡੇ ਤੇ ਸ਼ਾਇਦ ਅਹਿਸਾਨ ਹੋਏਗਾ, ਉੱਥੋਂ ਦੀ ਪਬਲਿਕ ਦਾ, ਉੱਥੋਂ ਦੇ ਲੋਕਾਂ ਦਾ। ਬਿਲਕੁਲ ਅਹਿਸਾਨ ਹੈ। ਮੈਂ ਉਹ ਅਹਿਸਾਨ ਹਮੇਸ਼ਾ ਮੇਰੇ ਸਿਰ 'ਤੇ ਹੈ। ਮੈਂ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਬਿਨਾਂ ਕਿਸੇ ਮੰਗ ਤੋਂ ਮੈਂ ਉੱਥੇ ਕੀਤੇ ਨੇ, ਜਿਹੜੇ ਕਿ ਲੋਕਾਂ ਨੇ ਮੰਗੇ ਵੀ ਨਹੀਂ ਸੀਗੇ। ਲੇਕਿਨ ਮੈਂ ਫਿਰ ਵੀ ਆਪਣੀ ਸੂਝ ਬੂਝ ਦੇ ਨਾਲ ਉਸ ਇਲਾਕੇ ਨੂੰ ਡਿਵੈਲਪ ਕੀਤਾ ਹੈ ਔਰ ਜੋ ਲੋਕਾਂ ਨੇ ਉੱਥੇ ਮੈਨੂੰ ਪਿਆਰ ਬਖਸ਼ਿਸ਼ ਕੀਤਾ, ਮੈਂ ਉਹਨਾਂ ਦਾ ਬਹੁਤ ਰਿਣੀ ਹਾਂ। ਮੈਂ ਧੰਨਵਾਦ ਕਰਦਾ। ਗੁਰੂ ਹਰਸਹਾਏ ਤੋਂ ਚੋਣ ਲੜੋਗੇ? ਮੈਂ ਤੁਹਾਨੂੰ ਦੱਸਿਆ ਕਿ ਮੈਂ ਇਸ ਵੇਲੇ, ਮੇਰੇ ਤੇ ਇੱਕ ਕਮਾਂਡਰ ਹੈ, ਉਹ ਹੈ ਬੀਜੇਪੀ ਦੀ ਲੀਡਰਸ਼ਿਪ। ਜਿੱਥੇ ਮੈਨੂੰ ਉਹ ਕਹਿਣਗੇ, ਜਿਹੜੇ ਸੈਗਮੈਂਟ 'ਚ ਮੈਨੂੰ ਭੇਜਣਗੇ, ਜਿਹੜੇ ਖੇਤਰ 'ਚ ਭੇਜਣਗੇ, ਮੈਂ ਉੱਥੋਂ ਇਲੈਕਸ਼ਨ ਲੜਨਾ। ਇਹ ਕਿਉਂ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਰਾਣਾ ਗੁਰਮੀਤ ਸਿੰਘ ਸੋਢੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ 'ਚ ਨਹੀਂ ਗਏ ਪਰ ਭਾਜਪਾ 'ਚ ਗਏ, ਕਿਉਂ? ਦੇਖੋ, ਕੈਪਟਨ ਅਮਰਿੰਦਰ ਸਿੰਘ ਦਾ ਮੈਂ ਅੱਜ ਵੀ ਸਹਿਯੋਗੀ ਹਾਂ। ਮੈਂ ਆਪਣੇ ਆਪ ਨੂੰ ਉਹਨਾਂ ਦੇ ਕਰੀਬ ਸਮਝਦਾ। ਉਹਨਾਂ ਦਾ ਵੱਡੇ ਭਾਈ ਦੀ ਤਰ੍ਹਾਂ ਮੇਰੇ ਸਿਰ 'ਤੇ ਹੱਥ ਹੈ
ਔਰ ਉਹ ਰਹੇਗਾ ਵੀ। ਜੀ। ਇਸ ਵੇਲੇ ਭਾਰਤੀ ਜਨਤਾ ਪਾਰਟੀ ਤੇ PLC ਦੀ ਅਲਾਇੰਸ ਹੈ, ਤੇ ਚਾਹੇ ਮੈਂ ਉਧਰ ਹੋਵਾਂ ਜਾਂ ਇੱਧਰ ਹੋਵਾਂ, ਤੋ ਪਲੇਟਫਾਰਮ ਤਾਂ ਸੇਮ ਹੈ, ਸੋਚ ਸੇਮ ਹੈ, ਡੈਸਟੀਨੇਸ਼ਨ ਜਿੱਥੇ ਅਸੀਂ ਪਹੁੰਚਣਾ ਮੰਜ਼ਿਲ ਸੇਮ ਹੈ, ਤੇ ਰਸਤੇ ਸੇਮ ਨੇ। ਉਹ ਕੋਈ ਫਰਕ ਨਹੀਂ ਪੈਂਦਾ ਗਾ ਕਿ ਮੈਂ ਭਾਜਪਾ 'ਚ ਰਹਿ ਕੇ ਸੇਵਾ ਕਰਾਂ ਜਾਂ PLC 'ਚ ਰਹਿ ਕੇ ਸੇਵਾ ਕਰਾਂ। ਕੈਪਟਨ ਸਾਹਿਬ ਨਾਲ ਗੱਲ ਹੁੰਦੀ ਆ, ਮਿਲਦੇ ਹੋ? ਬਿਲਕੁਲ ਮਿਲਦਾ ਜੀ। ਖੁਸ਼ ਨੇ ਉਹ ਕਿ ਜਿੱਥੇ ਤੁਸੀਂ ਗਏ ਹੋ? ਬਿਲਕੁਲ, ਮੈਂ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਗਿਆ ਸੀ। ਹਾਂਜੀ। ਅੱਛਾ, ਇੱਕ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ, ਹੋਰ ਬਹੁਤ ਸਾਰੇ ਆਗੂ ਕਹਿੰਦੇ ਨੇ ਕਿ ਭਾਜਪਾ ਬਾਂਹ ਮਰੋੜ ਕੇ ED ਦਾ ਡਰਾਵਾ ਦੇ ਕੇ ਲੋਕਾਂ ਨੂੰ ਲਿਆ ਰਹੀ ਹੈ। ਤੁਹਾਡੇ ਨਾਲ ਇਸ ਤਰ੍ਹਾਂ ਤਾਂ ਨਹੀਂ ਹੋਇਆ? ਮੇਰੇ ਨਾਲ ਕਿਉਂ ਹੋਏਗਾ ਜੀ? ਮੇਰੇ ਕੋਈ ਐਸੇ ਚੱਕਰਾਂ ਦੇ ਵਿੱਚ ਨਹੀਂ ਹੈ, ਔਰ ਭਾਜਪਾ ਨੇ ਕਦੀ ਕਿਸੇ ਦੀ ਬਾਂਹ, ਮੈਨੂੰ ਤਾਂ ਸੁਣਨ 'ਚ ਆਇਆ ਨਹੀਂ ਵੀ ਜਿਹੜੇ ED ਦੇ ਚੱਕਰ 'ਚ ਜਾਂ ਜਿਹੜੇ ਇਸ ਕੰਮ 'ਚ ਆਉਂਦੇ ਨੇ ਉਹ ਵੀ ਖੁੱਲ੍ਹੇਆਮ ਚਲੇ ਫਿਰ ਰਹੇ ਨੇ। ਜੋ ਕਾਨੂੰਨੀ ਕਾਰਵਾਈ ਉਹਨਾਂ 'ਤੇ ਹੋ ਰਹੀ ਹੈ, ਭਾਜਪਾ ਦਾ ਬਾਂਹ ਮਰੋੜਨ ਦਾ ਕੀ ਮਕਸਦ ਹੈ ਉਹਦੇ 'ਤੇ? ਇਹ ਕੀ ਬਲੇਮ ਹੈ, ਕੀ ਹੈਗਾ ਫਿਰ? ਇਹ ਤਾਂ ਇੱਕ ਰਿਊਮਰ ਹੈ, ਇਹ ਤਾਂ ਇੱਕ ਚੀਪ ਪੋਲੀਟੀਕਲ ਸਟੰਟ ਜਾਂ ਇੱਕ ਘਟੀਆ ਕਿਸਮ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਦੀ ਸੋਚ। ਇਸ ਤੋਂ ਅਗਲਾ ਸਵਾਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ, ਜਾਂ ਈਵਨ ਕਿ ਕਾਂਗਰਸ ਪਾਰਟੀ ਦੇ ਆਗੂ, ਕਿ ਹੁਣ ਟਿਕਟ ਮਿਲਣੀ ਨਹੀਂ ਸੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਾਂਗਰਸ ਦੇ ਵਿੱਚੋਂ, ਇਸ ਕਰਕੇ ਕਾਂਗਰਸ ਛੱਡ ਗਏ। ਨਹੀਂ, ਮੈਨੂੰ ਇਹ ਗੱਲ ਦੱਸੋ ਵੀ ਕਿਉਂ ਨਹੀਂ ਸੀ ਮਿਲਣੀ? ਕਿਉਂਕਿ ਮੈਂ 4 ਵਾਰੀ ਜਿੱਤਿਆ, ਕਦੀ ਇਸ ਤਰ੍ਹਾਂ ਵੀ ਹੋਇਆ ਹੈ। ਔਰ ਦੂਸਰਾ ਕਿ ਮੇਰੇ ਲੋਕਾਂ ਨੇ ਹਮੇਸ਼ਾ ਹੀ ਮੇਰਾ ਸਾਥ ਦਿੱਤਾ। ਗੁਰੂ ਹਰਸਹਾਏ ਦੇ ਲੋਕ ਮੈਂ ਆਪਣੇ ਅਖੀਰਲੇ ਸਾਹ ਤੱਕ ਵੀ ਨਹੀਂ ਭੁੱਲ ਸਕਦਾ ਗਾ, ਕਿਉਂਕਿ ਜੋ ਪਿਆਰ ਉਹਨਾਂ ਨੇ ਮੈਨੂੰ ਦਿੱਤਾ, ਔਰ 4 ਦਫਾ ਚਾਹੇ ਸਰਕਾਰ ਹੁੰਦੀ ਸੀ ਜਾਂ ਨਹੀਂ ਹੁੰਦੀ ਸੀ, ਉਹਨਾਂ ਨੇ ਮੈਨੂੰ ਆਪਣੀਆਂ ਪਲਕਾਂ ਤੇ ਬਿਠਾਇਆ। ਟਿਕਟ ਵਾਲਾ ਮਸਲਾ ਨਹੀਂ ਹੈਗਾ? ਟਿਕਟ ਵਾਲਾ ਮਸਲਾ ਕੋਈ ਸਵਾਲ ਹੀ ਨਹੀਂ ਪਿਆ। ਤੁਸੀਂ ਦੱਸੋ ਉੱਥੇ ਹੋਰ ਦਾਅਵੇਦਾਰ ਹੈ ਕੌਣ ਸੀ? ਜਦ ਤੱਕ ਮੈਂ ਉਸ ਮੈਦਾਨ 'ਚ ਖੜਾ ਸੀ ਕਦੀ ਸੁਣਿਆ ਵੀ ਸੀ ਵੀ ਕਿ ਉੱਥੇ ਕਿਸੇ ਨੇ ਦਰਖਾਸਤ ਵੀ ਦਿੱਤੀ ਹੈ? ਸਿੱਧੂ ਸਾਹਿਬ ਕਹਿੰਦੇ ਮੌਜੂਦਾ ਵਿਧਾਇਕਾਂ ਦੇ ਟਿਕਟਾਂ ਕੱਟਣੀਆਂ ਨੇ। ਦੇਖੋ, ਸਿੱਧੂ ਸਾਹਿਬ ਦੀ ਇੱਕ ਆਪਣੀ ਪਾਲਿਸੀ, ਹੁਣ ਮੇਰਾ ਉਸ ਪਾਰਟੀ ਦੇ ਨਾਲ ਕੋਈ ਤਾਲੁਕ ਨਹੀਂ ਹੈ। ਸੋ ਸਿੱਧੂ ਸਾਹਿਬ ਜੋ ਕਰਨ, ਉਹ ਆਪਦਾ ਸੋਚ ਸਮਝ ਕੇ, ਪਾਰਟੀ ਦੇ ਪ੍ਰਧਾਨ ਨੇ, ਬੜੀ ਉਹਨਾਂ ਨੂੰ ਸਿਆਸਤ ਦੀ ਸਮਝ ਹੈ। ਤੁਸੀਂ ਬਹੁਤ ਸਾਰੇ ਪ੍ਰਧਾਨਾਂ ਨਾਲ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ ਹੋਣਾ, ਜਿਹੜਾ ਹੁਣ ਸਟਾਈਲ ਚੱਲ ਰਿਹਾ ਕਾਂਗਰਸ 'ਚ, ਕੋਈ ਕਮੈਂਟ ਕਰਨਾ ਚਾਹੋ? ਮੈਂ ਦੇਖੋ, ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਕਾਂਗਰਸ ਦੀ ਆਈਡੀਓਲੋਜੀ ਖਤਮ ਹੋ ਗਈ। ਮੈਂ ਕਿਸੇ ਤੇ ਪਰਸਨਲੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਗਾ। ਮੈਂ ਓਵਰਆਲ ਪਾਰਟੀ ਦਾ ਜਿਹੜਾ ਸਟਰਕਚਰ ਹੈ ਉਹ ਡੈਮੇਜ ਹੋ ਚੁੱਕਿਆ। ਜਦੋਂ ਫਾਊਂਡੇਸ਼ਨ ਹਿੱਲ ਜੇ, ਕੰਧਾਂ 'ਚ ਤਿਰੜਾਂ ਆ ਜਾਂਦੀਆਂ ਨੇ। ਪਰ ਉਹ ਤਾਂ 2022 'ਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਨੇ। ਇਹ ਤੁਸੀਂ ਆਪਦੇ ਦਿਲ ਤੋਂ ਪੁੱਛੋ ਕਿ ਸਰਕਾਰ ਬਣਾ ਸਕਦੇ ਨੇ। ਜੇ ਤੁਹਾਡਾ ਦਿਲ ਕਹਿੰਦਾ ਹੈ ਵੀ ਉਹਨਾਂ ਦੀ ਸਰਕਾਰ ਬਣੀ ਹੋਈ ਹੈ, ਤਾਂ ਤੁਸੀਂ ਮੈਨੂੰ ਆਪਣੇ ਮਾਧਿਅਮ ਰਾਹੀਂ ਲੋਕਾਂ ਦੇ ਅੱਗੇ ਝੂਠਾ ਕਰ ਦੇਣਾ। ਲੇਕਿਨ ਇਹ ਬੱਚੇ ਨੂੰ ਪਤਾ ਹੈ ਕਿਸੇ ਦੀ ਸਰਕਾਰ ਬਣ ਜੇ। ਮੈਂ ਇਹ ਨਹੀਂ ਕਹਿ ਰਿਹਾ ਕਿ ਫਲਾਂ ਪਾਰਟੀ ਦੀ ਸਰਕਾਰ ਬਣ ਜਾਏਗੀ, ਲੇਕਿਨ ਕਾਂਗਰਸ ਦੀ ਸਰਕਾਰ ਨਹੀਂ ਬਣਦੀ। ਸ਼ੋਰ ਹੋ ਤੁਸੀਂ? 101%। ਅੱਛਾ, ਸੋਢੀ ਸਾਹਿਬ, ਫਤਿਹ ਜੰਗ ਸਿੰਘ ਬਾਜਵਾ ਨੂੰ ਨਵਜੋਤ ਸਿੰਘ ਸਿੱਧੂ ਬਾਂਹ ਖੜੀ ਕਰਾ ਕੇ ਟਿਕਟ ਦੇ ਕੇ ਆਉਂਦੇ ਨੇ, ਜਾਂ ਲਾਡੀ ਸਾਹਿਬ ਨਾਲ ਹੁੰਦੇ ਨੇ, ਤੇ ਦੋਹੇ ਬਾਂਹ ਛਡਾ ਕੇ ਭਾਜਪਾ 'ਚ ਆ ਜਾਂਦੇ ਨੇ। ਮੌਜੂਦਾ ਵਿਧਾਇਕ ਨੇ, ਤੇ ਸ਼ਾਇਦ ਉਹਨਾਂ ਦੀ ਵੀ ਟਿਕਟ ਵਾਲੀ ਗੱਲ ਕੋਈ, ਸਿੱਧੂ ਸਾਹਿਬ ਨੇ ਆਪ ਕਹਿਤਾ ਸੀ ਕਿ ਟਿਕਟ ਉਹਨਾਂ ਨੂੰ ਹੋਊਗੀ। ਦੇਖੋ, ਇਨਸਿਕਿਉਰਿਟੀ ਬਹੁਤ ਹੈ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਇੱਕ ਲੀਡਰ ਕਹਿ ਰਿਹਾ ਕਿ ਮੈਂ ਤੁਹਾਨੂੰ ਟਿਕਟ ਦੇ ਦਿੱਤੀ, ਉਹ ਵੀ ਪ੍ਰਧਾਨ ਪਾਰਟੀ, ਉਹ ਵੀ ਪਾਰਟੀ ਦਾ ਪ੍ਰਧਾਨ। ਦੂਸਰੇ ਲੀਡਰ ਕੋਲ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਵੀ ਨਹੀਂ। ਤੀਸਰੇ ਸੈਂਟਰਲ ਦੀ ਜਿਹੜੀ ਲੀਡਰਸ਼ਿਪ ਹੈ, ਉਹ ਡਿਸੀਜਨ ਨਹੀਂ ਲੈਂਦੀ, ਇਨਡਿਸਾਈਸਿਵ ਨੇ। ਉਹ ਪੱਲਾ ਝਾੜ ਦਿੰਦੇ ਨੇ 2 ਮਿੰਟ 'ਚ, ਕਰਤੇ ਹੈ ਦੇਖਤੇ ਹੈ। ਇਸ ਤਰ੍ਹਾਂ ਜਿਹੜਾ ਲੋਕਾਂ ਦਾ ਮਨੋਬਲ ਔਰ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਇਸ ਲੈਵਲ ਤੇ ਪਹੁੰਚ ਗਈ। ਸੋਢੀ ਸਾਹਿਬ, ਜਦੋਂ ਇਹ ਫੈਸਲਾ ਲਿਆ BJP 'ਚ ਜਾਣ ਦਾ, 40 ਸਾਲ ਦਾ ਤੁਸੀਂ ਕਰੀਅਰ ਦੱਸਦੇ ਹੋ, ਇੰਨੇ ਤੁਹਾਡੀਆਂ ਯਾਦਾਂ ਹੋਣੀਆਂ, ਇੰਨੇ ਰਿਸ਼ਤੇ ਹੋਣੇ ਉਸ ਕਾਂਗਰਸ ਪਾਰਟੀ ਨਾਲ, ਛੱਡਣ ਲੱਗੇ ਦੁੱਖ ਤਾਂ ਹੋਇਆ ਹੋਣਾ? ਬਿਲਕੁਲ ਹੋਇਆ, ਬਿਲਕੁਲ ਦੁੱਖ ਹੋਇਆ। ਕਿਉਂ ਨਹੀਂ ਦੁੱਖ ਹੋਏਗਾ? ਲੇਕਿਨ ਇੱਕ ਪਾਸੇ ਮੈਂ ਜਿਹੜੀ ਪਾਰਟੀ 'ਚ ਗਿਆ, ਉੱਥੇ ਮੈਨੂੰ ਅਸੂਲ ਨਜ਼ਰ ਆ ਰਹੇ ਸੀਗੇ, ਡਿਸਿਪਲਿਨ ਨਜ਼ਰ ਆ ਰਿਹਾ ਸੀ। ਦੂਜੇ ਪਾਸੇ ਕਨਫਿਊਜ਼ਨ ਨਜ਼ਰ ਆ ਰਹੀ।
ਤਾਂ ਦਿਲ 'ਚ ਕਸ਼ਮਕਸ਼ ਰਹੀ, ਕੁਛ ਦਿਨ ਰਹੀ, ਕੁਛ ਹਫ਼ਤੇ ਰਹੀ, ਲੇਕਿਨ ਆਖਿਰ ਦਿਲ ਨੇ ਇਹ ਗੱਲ ਕੀਤੀ ਕਿ ਜੇ ਵਾਕਿਆ ਹੀ ਮੈਂ ਲੋਕ ਭਲਾਈ ਦਾ ਕੋਈ ਕੰਮ ਕਰਨਾ ਚਾਹੁੰਦਾ ਜਾਂ ਲੋਕਾਂ ਦਾ ਕੋਈ ਸਵਾਰਨਾ ਚਾਹੁੰਦਾ, ਤਾਂ ਮੇਰੇ ਵਾਸਤੇ ਜਿਹੜੀ ਭਾਜਪਾ ਦਾ ਜਿਹੜਾ ਪਲੇਟਫਾਰਮ ਸੀ, ਭਾਜਪਾ ਦਾ ਦਾਮਨ ਪਕੜਨਾ ਮੇਰੇ ਵਾਸਤੇ ਇਹ ਜ਼ਰੂਰੀ ਹੋ ਗਿਆ ਸੀ। ਪਰ 1 ਸਾਲ ਤੋਂ ਵੱਧ ਸਮਾਂ ਕਿਸਾਨ ਅੰਦੋਲਨ ਚੱਲਦਾ ਰਿਹਾ, ਖੇਤੀ ਕਾਨੂੰਨ ਲਿਆਂਦੇ ਗਏ, 700 ਤੋਂ ਵੱਧ ਸ਼ਹਾਦਤਾਂ ਕਿਸਾਨਾਂ ਨੇ ਦੇਤੀਆਂ। ਉਸੇ ਪਾਰਟੀ ਨਾਲ ਰਲਣਾ ਲੋਕ ਵਿਰੋਧ ਕਰਦੇ ਰਹੇ, ਉਸ ਪਾਰਟੀ ਦਾ ਜਾਣਾ ਹਜੇ ਵੀ ਲੋਕ ਕਹਿੰਦੇ ਨੇ ਕਿ ਨਹੀਂ, ਭਾਜਪਾ ਨਹੀਂ। ਤੁਸੀਂ ਮੈਨੂੰ ਇਹ ਗੱਲ ਦੱਸੋ, ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਹ ਕਾਨੂੰਨ ਬਣਾਏ, ਕਿਸਾਨਾਂ ਨੇ, ਮੈਂ ਵੀ ਕਿਸਾਨ ਹਾਂ, ਅਸੀਂ ਵੀ ਉਹਦਾ ਵਿਰੋਧ ਕੀਤਾ, ਮੈਂ ਵੀ ਚਿੱਠੀਆਂ ਲਿਖੀਆਂ, ਮੈਂ ਧਰਨੇ 'ਚ ਵੀ ਬੈਠਾ, ਦਿੱਲੀ ਵੀ ਗਏ ਚੀਫ ਮਿਨਿਸਟਰ ਸਾਹਿਬ ਦੇ ਨਾਲ, ਔਰ ਜੋ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਉੱਥੇ, ਉਹਨਾਂ ਦੀ ਜੋ ਬਾਹਰ ਰਹਿ ਕੇ ਮਦਦ ਕਰ ਸਕਦੇ ਸੀ ਉਹ ਵੀ ਕੀਤੀ। ਲੇਕਿਨ ਗੱਲ ਇਹ ਕਿ ਕਾਲੇ ਕਾਨੂੰਨ ਬਣ ਗਏ। ਹਰ ਚੀਜ਼ ਜਿਹੜੀ ਹੈ ਉਹ ਕਈ ਹੱਥਾਂ 'ਚੋਂ ਹੋ ਕੇ ਜਾਂਦੀ ਹੈ। ਕਾਨੂੰਨ ਜਿਹੜੇ ਬਣਾਉਣ ਵਾਲੇ ਜਿਨ੍ਹਾਂ ਨੇ ਉਹਦੀ ਵਿਵਸਥਾ ਕੀਤੀ, ਉਹ ਕਈ ਚੀਜ਼ਾਂ ਵਿੱਚੋਂ ਸੱਜੇ ਖੱਬੇ ਕਰ ਗਏ। ਪ੍ਰਧਾਨ ਮੰਤਰੀ ਜੀ ਨੂੰ ਜਦੋਂ ਇਹ ਸਾਰੀਆਂ ਚੀਜ਼ਾਂ ਦਾ ਪਤਾ ਚੱਲਿਆ ਕਿ ਵਾਕਿਆ ਹੀ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਵਿਰੋਧ ਵਾਸਤੇ ਨੇ, ਜਾਂ ਕਿਸਾਨਾਂ ਨੂੰ ਕਮਜ਼ੋਰ ਕਰ ਦੇਣਗੇ, ਜਾਂ ਉਹਨਾਂ ਦੀ ਮਾਲੀ ਹਾਲਤ 'ਚ ਫਰਕ ਪਏਗਾ। ਪਰ ਸੋਢੀ ਸਾਹਿਬ ਉਹ ਤਾਂ ਗਣਵਾਉਂਦੇ ਰਹੇ, ਚੰਗਿਆਈਆਂ ਗਣਵਾਉਂਦੇ ਰਹੇ ਕਾਨੂੰਨਾਂ। ਮੈਂ ਉਹੀ ਗੱਲ ਦੱਸ ਰਿਹਾ। ਦੇਖੋ, ਮੈਂ ਜਦੋਂ ਕੋਈ ਚੀਜ਼ ਇੱਕ ਬਣਾ ਦਿੱਤੀ ਹੈ, ਨੈਚੁਰਲੀ ਮੈਂ ਉਹਨੂੰ ਪ੍ਰੋਪੋਗੇਟ ਕਰਾਂਗਾ। ਗਵਰਨਮੈਂਟ ਨੇ ਪ੍ਰੋਪੋਗੇਟ ਕੀਤਾ ਵੀ ਇਹ ਕਿਸਾਨਾਂ ਦੇ ਫਾਇਦੇ ਵਾਸਤੇ ਹੈ, ਬਟ ਜਦੋਂ ਅੱਗੋਂ ਉਹਦਾ ਵਿਰੋਧ ਹੋਇਆ ਤਾਂ ਦੋਨੋਂ ਧਿਰਾਂ ਨੇ ਇਹਨੂੰ ਕਈ ਵਾਰੀ ਛਾਣਨੀ ਲਗਾਈ, ਕਈ ਵਾਰੀ ਚਰਚਾ ਹੋਈ, ਕਈ ਮੀਟਿੰਗਸ ਹੋਈਆਂ, ਔਰ ਉਸ ਮੀਟਿੰਗਸ ਦਾ ਨਿੱਤਰ ਕੇ ਇਹ ਸਮਝ ਆਇਆ ਕਿ ਜਿਹੜੇ ਕਾਨੂੰਨ ਜਿਨ੍ਹਾਂ ਨੇ ਵਿਵਸਥਾ ਕਰਕੇ ਉਹ ਕਾਨੂੰਨ ਲਿਆ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਅੱਗੇ ਰੱਖੇ, ਉਹ ਕੁਝ ਕਮੀਆਂ ਰਹਿ ਗਈਆਂ ਉਹਦੇ ਵਿੱਚ। ਇਹ ਮਹਿਸੂਸ ਕਰਨ ਤੋਂ ਬਾਅਦ ਔਰ ਇਹਨਾਂ ਦੀ ਕਨਫਰਮੇਸ਼ਨ ਹੋਣ ਤੋਂ ਬਾਅਦ ਵੀ ਵਾਕਿਆ ਹੀ ਇਹ ਕਾਨੂੰਨਾਂ 'ਚ ਕਮੀਆਂ ਨੇ, ਪ੍ਰਧਾਨ ਮੰਤਰੀ ਜੀ ਨੇ ਉਹ ਕਾਨੂੰਨ ਇੱਕਦਮ ਪਾਰਲੀਮੈਂਟ ਦੇ ਪਹਿਲੇ ਮੀਟਿੰਗ 'ਚ, ਕੈਬਨਿਟ ਮੀਟਿੰਗ ਕਰਕੇ ਉਹ ਕਾਨੂੰਨ ਖਤਮ ਕਰ। ਪਰ ਜਿਹੜੇ 700 ਕਿਸਾਨ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਆਉਣਾ ਹੈਗਾ। ਮੈਂ ਉੱਥੇ ਆ, ਉਹਨਾਂ ਦੇ ਪਰਿਵਾਰ ਰੋਂਦੇ ਹੋਣਗੇ। ਮੈਂ ਉੱਥੇ ਹੀ ਆ ਰਿਹਾ। ਇੱਕ ਮਿੰਟ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੇ ਇਹ ਕਿਸਾਨਾਂ ਦਾ ਦੁੱਖ ਹੈ ਤੇ ਉਹ ਭਾਜਪਾ ਨੂੰ ਵੋਟ ਕਿਵੇਂ ਪਾ ਦੇਣਗੇ? ਇਹੀ ਤੁਹਾਡਾ ਸਵਾਲ ਹੈ। ਮੈਂ ਇਸੇ ਗੱਲ ਕਰਕੇ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਤਾਂ ਕਾਨੂੰਨ ਵਾਪਸ ਲਏ, ਫਿਰ ਸ਼੍ਰੀ ਗੁਰੂ ਮਹਾਰਾਜ ਦਾ, ਜਗਤ ਗੁਰੂ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਸੀ, ਗੁਰਪੁਰਬ ਸੀ, ਉਸ ਦਿਹਾੜੇ 'ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਕੋਲੋਂ, ਕਿਸਾਨਾਂ ਕੋਲੋਂ ਮਾਫੀ ਵੀ ਮੰਗੀ ਜੀ। ਹੁਣ ਰਹਿ ਗਿਆ ਕਿ ਜਿਹੜੀ ਉੱਥੇ ਮੌਤ ਹੋਈਆਂ, ਅੰਗਰੇਜ਼ਾਂ ਦੇ ਵੇਲੇ ਜਦੋਂ ਕੋਈ ਪ੍ਰੋਟੈਸਟ ਹੁੰਦਾ ਸੀਗਾ, ਉਹਨਾਂ ਨੇ ਜਲਿਆਂਵਾਲੇ ਬਾਗ 'ਚ ਗੋਲੀ ਚਲਾਈ, ਹਜ਼ਾਰਾਂ ਲੋਕ ਮੌਤ ਦੇ ਘਾਟ ਉਤਰ ਗਏ। ਲੇਕਿਨ ਇਹ ਪ੍ਰੋਟੈਸਟ, ਮੈਂ ਕਿਸਾਨ ਵੀਰਾਂ ਨੂੰ ਵੀ ਇਹਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਬੜਾ ਅਮਨ ਚੈਨ ਨਾਲ ਕੀਤਾ, ਅਤੇ ਗਵਰਨਮੈਂਟ ਦੀ ਇਸ ਕਰਕੇ ਸ਼ਲਾਘਾ ਕਰਦਾ ਕਿ ਉਹਨਾਂ ਨੇ ਕੋਈ ਐਸਾ ਹਥਿਆਰ ਨਹੀਂ ਵਰਤਿਆ ਜਿਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਨੌਬਤ ਆਵੇ, ਗੋਲੀ ਚੱਲਣ ਦੀ। ਤੁਸੀਂ ਕਹਿ ਰਹੇ ਹੋ ਕੁਚਲਣ ਦੀ ਕੋਸ਼ਿਸ਼ ਨਹੀਂ ਕੀਤੀ ਅੰਦੋਲਨ ਨੂੰ। ਉਹਨਾਂ ਨੇ ਬੜੇ ਆਰਾਮ ਦੇ ਨਾਲ, ਮੌਜੂਦਾ ਸੈਂਟਰਲ ਸਰਕਾਰ ਨੇ ਇਹ ਸਾਰੀ ਚੀਜ਼ ਸੁਣੀ, ਸੁਣ ਕੇ ਸਮਝ ਕੇ ਉਹਨਾਂ ਨੇ ਮਾਫੀ ਮੰਗੀ। ਲੇਕਿਨ ਦੂਜੇ ਪਾਸੇ ਪੰਜਾਬ ਦੇ ਲੋਕ ਇਹ ਭੁੱਲ ਗਏ ਨੇ ਵੀ ਕਾਂਗਰਸ ਪਾਰਟੀ ਨੇ 84 ਦੇ ਦੰਗੇ ਵੀ ਹੋਏ ਸੀਗੇ। 84 ਦੇ ਦੰਗੇ ਹੋਏ ਸੀ ਕਿ ਨਹੀਂ ਰਣਬੀਰ ਜੀ? ਤੁਸੀਂ ਤਾਂ ਸ਼ਾਇਦ ਉਦੋਂ ਬਿਲਕੁਲ ਬੱਚੇ ਹੋਵੋ, ਜਾਂ ਪਰ ਇਤਿਹਾਸ ਤੋਂ ਪਤਾ ਹੈ ਸਿੱਖ ਕਤਲੇਆਮ ਹੋਇਆ ਜੀ। ਸਿੱਖ ਕਤਲੇਆਮ ਹੋਇਆ। ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਗਈ। ਪਰ ਸੋਢੀ ਸਾਹਿਬ ਤੁਸੀਂ ਕਿਵੇਂ ਕਹਿ ਸਕਦੇ ਹੋ? ਤੁਸੀਂ ਤਾਂ ਉਸੇ ਪਾਰਟੀ ਦਾ ਹਿੱਸਾ ਰਹੇ ਹੋ। ਮੈਂ ਉਹੀ ਗੱਲ ਕਰ ਰਿਹਾ। ਤੁਸੀਂ ਉਹਨਾਂ ਸਮਾਂ ਉਸ ਪਾਰਟੀ ਦਾ ਹਿੱਸਾ ਰਹੇ ਹੋ। ਮੈਂ ਉਹੀ ਗੱਲ ਕਰ ਰਿਹਾ, ਮੈਂ ਉੱਥੇ ਗੱਲ ਕਰ ਰਿਹਾ ਜੀ। ਮੈਂ ਲੋਕਾਂ ਦੀ ਗੱਲ ਕਰ ਰਿਹਾ। ਲੋਕਾਂ ਨੇ ਫਿਰ ਵੀ ਕਾਂਗਰਸ ਪਾਰਟੀ ਨੂੰ ਵੋਟ ਪਾਇਆ ਜੀ, ਤੇ ਅੱਜ ਇਹ ਪਾਰਟੀਆਂ ਕੁਛ ਨਹੀਂ ਦੇ ਸਕਦੀਆਂ ਹੈਗੀਆਂ। ਅੱਜ ਜੇ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੀ ਹੈ,
ਕੰਪੈਰੀਟਿਵਲੀ ਅਦਰ ਪਾਰਟੀਆਂ, ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਕਾਂਗਰਸ ਦੀ ਗੱਲ ਕਰ ਲਓ, ਤੁਸੀਂ ਦੱਸੋ ਇਹਨਾਂ ਪਾਰਟੀਆਂ ਦੇ ਕੋਲ ਕੁਝ ਪੰਜਾਬ ਦੇ ਵਾਸਤੇ ਕਰਨ ਨੂੰ ਕੋਈ ਚੀਜ਼, ਮੈਂ ਮੰਨ ਲਈ ਤੁਹਾਡੀ ਗੱਲ, ਰਿਸੋਰਸਿਸ ਜਾਂ ਰਿਸੋਰਸਿਸ ਹੈਗੇ ਨੇ? ਤੁਹਾਡੇ ਨਾਲ ਸਹਿਮਤ ਹਾਂ ਕਿ ਸੈਂਟਰ ਕੋਲੇ ਪਾਵਰ ਹੈ ਬਹੁਤ ਕੁਝ ਕਰਨ ਦੀ, ਪਰ ਕੀ ਸੈਂਟਰ ਸਰਕਾਰ ਕਰਨਾ ਚਾਹੁੰਦੀ ਹੈ? ਕੀ ਭਾਜਪਾ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹੈ? ਬਿਲਕੁਲ। ਇਸ ਵੇਲੇ ਪ੍ਰਧਾਨ ਮੰਤਰੀ ਜੀ ਦੇ ਮਨ ਦੇ ਵਿੱਚ, ਚਾਹੇ ਉਹਨਾਂ ਨੇ ਇੱਕ ਪਛਤਾਤਾਪ ਵਾਲੀ ਗੱਲ ਵੀ ਹੁੰਦੀ ਹੈ ਕਿ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ 1 ਸਾਲ ਪ੍ਰੋਟੈਸਟ ਹੋਏ ਔਰ ਉਹ ਕਾਨੂੰਨ ਸਹੀ ਨਹੀਂ ਸੀਗੇ, ਉਹਨਾਂ ਨੇ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਦੇ ਬਾਰੇ, ਪੰਜਾਬੀਆਂ ਦੇ ਬਾਰੇ, ਪੰਜਾਬ ਦੀ ਕਿਸਾਨੀ ਤੇ ਜਵਾਨੀ ਇਸ ਵੇਲੇ ਬਹੁਤ ਹੀ ਇੱਕ ਜ਼ਰੂਰੀ ਅਹਿਮ ਮੁੱਦਾ ਬਣ ਕੇ ਉਹਨਾਂ ਦੇ ਜ਼ਿਹਨ 'ਚ। ਸੋਢੀ ਸਾਹਿਬ, ਜਿਵੇਂ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਉੱਥੇ, ਕੀ ਚਲੋ ਉਹ ਵਾਪਸ ਨਹੀਂ ਆ ਸਕਦੇ ਜੀ, ਪਰ ਇੱਕ ਉਹਨਾਂ ਤੇ ਮਰਹਮ ਤਾਂ ਹੈ ਕਿ ਕੋਈ ਮੁਆਵਜ਼ਾ ਸੈਂਟਰ ਸਰਕਾਰ ਦੇ ਦੇਵੇ? ਬਿਲਕੁਲ, ਮੈਂ ਪੁਰਜ਼ੋਰ ਦੇ ਨਾਲ ਉਹਨਾਂ ਦਾ ਮੁਆਵਜ਼ਾ ਅੱਜ ਵੀ ਮੰਗ ਰਿਹਾ, ਮੰਗਿਆ ਵੀ ਹੈ, ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖ ਕੇ ਭੇਜਿਆ ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਲਿਖ ਕੇ ਭੇਜਿਆ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਔਰ ਜਿਨ੍ਹਾਂ ਘਰਾਂ 'ਚ ਨੌਕਰੀਆਂ ਨਹੀਂ ਮਿਲੀਆਂ ਗਈਆਂ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ। ਬੰਦੀ ਸਿੰਘਾਂ ਦੀ ਰਿਹਾਈ ਦਾ ਬਹੁਤ ਵੱਡਾ ਇਸ਼ੂ ਆ ਤੇ ਉਹ ਗ੍ਰਹਿ ਵਿਭਾਗ ਕੋਲੇ ਆ ਸਾਰਾ ਸਿਸਟਮ। ਸਾਡੇ ਜਿਹੜੇ ਬੰਦੀ ਸਿੰਘ ਨੇ, ਠੀਕ ਹੈ, ਉਸ ਵੇਲੇ ਕੁਝ ਵੀ ਹੋਇਆ, ਸਾਰਾ ਉਹਨਾਂ ਨੇ ਸਜ਼ਾ ਭੁਗਤ ਲਈ ਕਾਨੂੰਨ ਮੁਤਾਬਕ, ਪਰ ਹਾਲੇ ਵੀ ਜੇਲ੍ਹਾਂ ਦੇ ਵਿੱਚ ਨੇ। ਬੰਦੀ ਸਿੰਘਾਂ ਦੀ ਜਿਹੜੀ ਸਾਡੇ ਭਰਾ ਉੱਥੇ ਬੈਠੇ ਨੇ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਹੈ, ਅਸੀਂ ਉਹਨਾਂ ਦੇ ਬਾਰੇ ਬਹੁਤ ਚਿੰਤਤ ਹਾਂ ਜੀ, ਔਰ ਇਹਦੀ ਮੰਗ ਵੀ ਅਸੀਂ ਹੋਮ ਮਿਨਿਸਟਰ ਸਾਹਿਬ ਕੋਲ ਔਰ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਕੀਤੀ ਹੈ। ਮੈਂ ਉਮੀਦ ਕਰਦਾ ਕਿ ਉਹ ਬਹੁਤ ਹੀ ਇੱਕ ਇਸ ਮੁੱਦੇ ਨੂੰ ਸੀਰੀਅਸ ਲੈ ਕੇ ਬੜੀ ਗੰਭੀਰਤਾ ਦੇ ਨਾਲ ਇਸ ਮੁੱਦੇ ਤੇ ਸੋਚ ਕੇ। ਅਮਿਤ ਸ਼ਾਹ ਨਾਲ ਗੱਲ ਕੀਤੀ ਤੁਸੀਂ? ਮੇਰੀ ਗੱਲ ਹੋਈ ਜੀ ਹਾਂਜੀ ਜੀ। ਜਿਸ ਤਰ੍ਹਾਂ ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਵੱਡਾ ਐਲਾਨ ਕਰ ਸਕਦੇ ਨੇ, ਚੰਡੀਗੜ੍ਹ ਪੰਜਾਬ ਨੂੰ ਦੇ ਸਕਦੇ ਨੇ, ਕੋਈ ਕਰਜ਼ਾ ਮੁਆਫੀ ਦੀ ਗੱਲ ਹੋ ਸਕਦੀ ਹੈ, ਕੋਈ ਵਿਸ਼ੇਸ਼ ਪੈਕੇਜ ਦੀ ਗੱਲ ਹੋ ਸਕਦੀ ਹੈ, ਕੋਈ ਪਿਛਲਾ ਸਮੇਂ ਦੇ ਵਿੱਚ ਕਰਜ਼ਾ ਚੜਿਆ ਪੰਜਾਬ ਤੇ ਉਹ ਵੇਵ ਆਫ ਹੋ ਸਕਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ। ਮੈਂ ਚੰਡੀਗੜ੍ਹ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਚੰਡੀਗੜ੍ਹ ਪੰਜਾਬ ਨੂੰ ਆਉਣਾ ਜਾਂ ਨਾ ਆਉਣਾ ਇਹ ਹੁਣ ਚੰਡੀਗੜ੍ਹ ਦੇ ਲੋਕਾਂ ਤੋਂ ਵੀ ਪੁੱਛਣਾ ਪਏਗਾ ਜਿਹੜੇ ਉਹ ਰਹਿੰਦੇ ਨੇ। ਕਿਤੇ ਇਹ ਨਾ ਹੋਵੇ ਵੀ ਚੰਡੀਗੜ੍ਹ ਪੰਜਾਬ ਨੂੰ ਦੇਈਏ ਤੇ ਜਿਹੜੇ ਚੰਡੀਗੜ੍ਹ ਵਾਲੇ ਨੇ ਫਿਰ ਉਹ ਸੜਕਾਂ ਤੇ ਬਹਿ ਜਾਣ। ਸੋ ਇਹ ਬੜਾ ਇੱਕ ਸੈਂਸਿਟਿਵ ਇਸ਼ੂ ਹੈ। ਸੋ ਇਹਦੇ ਬਾਰੇ ਕੋਈ ਸੋਚ ਵਿਚਾਰ ਜਾਂ ਨਾ ਹੀ ਸਾਡੀ ਕੋਈ ਮੰਗ ਐਸੀ ਹੈ, ਇਹ ਕੋਈ ਐਸੀ ਗੱਲ ਕਰਜ਼ਾ ਮੁਆਫੀ ਤੇ ਹੈ, ਲੇਕਿਨ ਕਰਜ਼ਾ ਮੁਆਫੀ ਅਸੀਂ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣਾ ਚਾਹੁੰਦੇ ਹਾਂ। ਪੰਜਾਬ ਦੇ ਲੋਕ ਬੜੇ ਮਿਹਨਤੀ ਨੇ, ਹਿੰਮਤ ਵਾਲੇ ਨੇ, ਮੁਲਕ ਦੀ ਨਿਗਰਾਨੀ ਕਰਦੇ ਨੇ, ਖੇਡਾਂ 'ਚ ਅੱਗੇ ਨੇ। ਖਿਡਾਰੀ ਸਾਡੇ ਵਰਗੇ ਨਹੀਂ ਹੈਗੇ ਕਿ ਪੰਜਾਬ ਤੋਂ ਬਾਹਰ ਕਿਤੇ ਹੋਰ ਚਲੇ ਜਾਈਏ ਤਾਂ। ਸੋ ਬਹੁਤ ਸਾਰੀਆਂ ਸਾਡੀਆਂ ਪਲੱਸ ਪੁਆਇੰਟ ਨੇ। ਅੱਜ ਜੇ ਅਸੀਂ ਗ੍ਰੀਨ ਰੈਵੋਲੂਸ਼ਨ ਲਿਆਂਦਾ ਹੈ, ਹਰਿਆਲੀ ਲਿਆਂਦੀ ਹੈ, ਤੇ ਉਹ ਪੰਜਾਬ ਦੇ ਕਿਸਾਨ ਲਿਆ ਹੈ। ਜੇ ਅਸੀਂ ਵਾਈਟ ਰੈਵੋਲੂਸ਼ਨ, ਦੁੱਧ ਦੀਆਂ ਨਦੀਆਂ ਬੈਠੀਆਂ ਨੇ, ਉਹ ਪੰਜਾਬ ਵੱਲੋਂ ਆਈਆਂ ਨੇ। ਜੇ ਅਸੀਂ ਬਾਰਡਰ 'ਤੇ ਸਟੇਟ ਹੋਣ 'ਤੇ ਕਰਕੇ ਜਦੋਂ ਲੋਕ ਸਾਡੇ ਸ਼ਹੀਦ ਹੁੰਦੇ ਨੇ, ਉਹ ਸਾਡੇ ਭੈਣ ਭਰਾ, ਸਾਡੇ ਬੱਚੇ, ਉਹ ਸ਼ਹੀਦ ਹੁੰਦੇ ਨੇ। ਸੋ ਪੰਜਾਬ ਦੀਆਂ ਬਹੁਤ ਕੁਰਬਾਨੀਆਂ ਨੇ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਗੱਲ ਆਪਣੇ ਮਨ 'ਚ ਪੂਰੀ ਤਰ੍ਹਾਂ ਬਿਠਾ ਲਈ ਹੈ ਕਿ ਉਹ ਪੰਜਾਬ ਨੂੰ ਇੱਕ ਐਸੇ ਲੈਵਲ 'ਤੇ ਲਿਆਉਣਾ ਚਾਹੁੰਦੇ ਨੇ ਕਿ ਜਿੱਥੇ ਪਹਿਲਾਂ ਅਸੀਂ ਕਦੀ ਨਹੀਂ ਪਹੁੰਚੇ, ਨਾ ਕਦੀ ਪੰਜਾਬੀਆਂ ਦੇ ਬਾਰੇ ਸੋਚਿਆ। ਮੈਂ ਤੁਹਾਨੂੰ ਹੁਣ ਇੱਕ ਆਪਣੇ ਕੋਲ ਹੀ ਦੱਸ ਦਿੰਦਾ, ਕਰਤਾਰਪੁਰ ਸਾਹਿਬ ਮਹਾਰਾਜ ਦਾ ਲਾਂਘਾ ਜਿਹੜਾ ਹੈਗਾ, ਉਹ 10 ਸਾਲ ਕੀ ਕਹਿੰਦੇ ਨੇ ਕਾਂਗਰਸ ਗਵਰਨਮੈਂਟ ਵੀ ਰਹੀ ਹੈ, ਉਦੋਂ ਕਿਉਂ ਨਾ ਖੁੱਲ੍ਹ ਗਿਆ ਜੀ। ਅੱਜ ਅਸੀਂ ਚੀਕਾਂ ਮਾਰ ਮਾਰ ਕੇ ਗੱਲ ਕਰਦੇ ਹਾਂ ਜੀ, ਮੈਂ ਖੁਲਾਤਾ, ਉਹ ਕਹਿੰਦਾ ਮੈਂ ਖੁਲਾਤਾ। ਬਈ ਹੁਕਮਰਾਨ ਉੱਤੇ ਕੌਣ ਬੈਠਾ ਹੈ? ਮੋਦੀ ਬੈਠਾ ਹੈ, ਉੱਧਰਲੇ ਪਾਸੇ ਇਮਰਾਨ ਖਾਨ ਬੈਠਾ ਹੈ। ਜੇ ਦੋਨੋਂ ਧਿਰਾਂ ਨੇ ਇਹ ਗੱਲ ਸੋਚੀ ਹੈ ਜਾਂ ਮੋਦੀ ਸਾਹਿਬ ਨੇ ਪਾਕਿਸਤਾਨ ਨੂੰ ਲਿਖਿਆ ਤਾਂ ਹੀ ਲਾਂਘਾ ਖੁੱਲ੍ਹਿਆ। ਨਵਜੋਤ ਸਿੰਘ ਸਿੱਧੂ ਕਹਿੰਦੇ ਇਮਰਾਨ ਖਾਨ ਬਹੁਤ ਅੱਛੇ ਦੋਸਤ ਸੀਗੇ ਉਹਨਾਂ ਦੇ। ਇਮਰਾਨ ਖਾਨ ਬਹੁਤ ਅੱਛੇ ਦੋਸਤ ਨੇ, ਤੁਹਾਡੇ ਬੜੇ ਅੱਛੇ ਦੋਸਤ ਹੋਣਗੇ, ਮੇਰੇ ਵੀ ਦੋਸਤ ਨੇ। ਉਹ ਕ੍ਰਿਕਟਰ ਨੇ, ਮੈਂ ਪਲੇਅਰ ਹਾਂ, ਅਤੇ ਮੈਂ ਵੀ ਉਹਨਾਂ ਨੂੰ ਜਾ ਕੇ ਮਿਲਾਂਗਾ ਕਿ ਜੀ ਮੈਂ ਖਿਡਾਰੀ ਹਾਂ ਤਾਂ ਮੇਰੀ ਵੀ ਇੱਜ਼ਤ ਕਰਨਗੇ, ਖਿਡਾਰੀ ਦੇ ਤੌਰ 'ਤੇ ਮੈਂ ਉਹਨਾਂ ਦੀ ਵੀ ਇੱਜ਼ਤ ਕਰਾਂਗਾ। ਲੇਕਿਨ ਕਲੋਜ਼ਨੈਸ ਦਾ ਇਹ ਨਹੀਂ ਮਤਲਬ ਕਿ ਮੈਂ ਅੱਜ ਇਮਰਾਨ ਸਾਹਿਬ ਨੂੰ ਇਹ ਗੱਲ ਕਹਾਂ ਵੀ ਹੁਸੈਨੀ ਵਾਲਾ ਬਾਰਡਰ ਖੋਲ੍ਹ ਦਿਓ। ਦੋ ਸਰਕਾਰਾਂ ਦਾ ਮਕਸਦ। ਤੇ ਜੇ ਸਾਡੀ ਸਰਕਾਰ ਨਹੀਂ ਮੰਨੇਗੀ ਤੇ ਇਮਰਾਨ ਸਾਹਿਬ ਕੀ ਕਰਨਗੇ ਉੱਥੇ? ਖਾਨ ਸਾਹਿਬ ਕੀ ਕਰ ਲੈਣਗੇ? ਜੀ ਜੀ ਜੀ।
ਇਹ ਕਹਿਣਾ ਕਿ ਵੀ ਇਮਰਾਨ ਸਾਹਿਬ ਕੋਲੋਂ ਮੈਂ ਖੁਲਵਾ ਦਿੱਤਾ, ਆਈ ਥਿੰਕ ਦੈਟ ਇਜ਼ ਨਾਟ ਰਾਈਟ। ਤੁਸੀਂ ਆਪਣਾ ਗੁਰੂ ਮਹਾਰਾਜ ਦੀ ਅਰਦਾਸ ਦੇਖੋ, ਅਰਦਾਸਾਂ ਬਹੁਤ ਸੱਜਣਾਂ ਨੇ ਕੀਤੀਆਂ ਨੇ, ਜੀ ਜੀ ਜੀ, ਬਹੁਤ ਕਰਮ ਕੀਤੇ ਨੇ ਲੋਕਾਂ ਨੇ, ਛੋਟੇ ਤੋਂ ਛੋਟੇ ਜੀ ਜਿਹੜੇ ਸਾਡੇ ਬਛਿੰਦੇ ਨੇ ਇੱਥੇ, ਉਹਨਾਂ ਨੇ ਵੀ ਅਰਦਾਸ ਕੀਤੀ ਹੈ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ, ਉਹਨਾਂ ਦੇ ਦਰਸ਼ਨ ਜਿਹੜੇ ਨੇ ਖੁੱਲੇ ਦਰਸ਼ਨ ਹੋਣ। ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਜੀ, ਠੀਕ ਹੈ ਕਿ ਨਹੀਂ? ਲੇਕਿਨ ਹੋਈ ਕਿਹਦੇ ਹੱਥੋਂ ਹੀ ਹੈ? ਹੋਈ ਤਾਂ ਮੋਦੀ ਦੇ ਹੱਥੀਂ ਹੈ। ਠੀਕ ਹੈ। ਅੱਛਾ ਸੋਢੀ ਸਾਹਿਬ, ਜਰੀਆ ਤਾਂ ਮੋਦੀ ਬਣਿਆ, ਜੀ ਕਰਨੀ ਮਹਾਰਾਜ ਸਾਹਿਬ ਦੀ ਹੈ, ਜੀ ਜੀ ਜੀ, ਲੇਕਿਨ ਜਰੀਆ ਤਾਂ ਮੋਦੀ ਬਣਿਆ। ਅੱਛਾ ਇੱਕ ਅਗਲਾ ਲੇਕਿਨ ਸਵਾਲ ਹੈ। ਇਹ ਮਸਲਾ ਜੀ ਜੀ 10 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ, ਉਦੋਂ ਤਾਂ ਕਿਸੇ ਕਾਂਗਰਸੀ ਨੇ ਨਹੀਂ ਚੱਕਿਆਗਾ। ਬਿਲਕੁਲ ਨਹੀਂ, ਠੀਕ ਹੈ ਕਿ ਉਹਨਾਂ ਦੇ ਟਨਿਓਰ ਦੇ ਵਿੱਚ ਹੋਇਆ। ਤੇ ਤੁਸੀਂ ਆਪਣਾ ਭਵਿੱਖ ਜਾਂ ਭਾਜਪਾ ਦਾ ਭਵਿੱਖ ਪੰਜਾਬ ਦੇ ਵਿੱਚ ਕੀ ਦੇਖਦੇ ਹੋ? ਭਾਜਪਾ ਦਾ ਦੇਖੋ ਜੀ, ਮੈਂ ਆਪਣੇ ਭਵਿੱਖ ਬਾਰੇ ਨਹੀਂ ਕੁਝ ਕਹਿ ਸਕਦਾਗਾ, ਲੇਕਿਨ ਭਾਜਪਾ ਦਾ ਭਵਿੱਖ ਜਿਹੜਾ ਮੈਂ ਦੇਖ ਰਿਹਾ, ਜੋ ਲੋਕਾਂ ਦੇ ਵਿੱਚ ਉਤਸ਼ਾਹ ਆ ਰਿਹਾ ਹੈਗਾ, ਲੋਕ ਬਦਲ ਚਾਹੁੰਦੇ ਨੇ, ਲੋਕਾਂ ਨੂੰ ਕੌਨਫੀਡੈਂਸ ਚਾਹੀਦਾ ਹੈ। ਲੋਕ ਇਹ ਚਾਹੁੰਦੇ ਨੇ ਵੀ ਕੋਈ ਐਸੀ ਸਰਕਾਰ ਆਏ, ਮਜ਼ਬੂਤ ਇੱਥੇ ਸ਼ਾਸਨ ਹੋਵੇ, ਜਿਹਦੇ ਨਾਲ ਜਿਹੜੇ ਆ ਤੁਹਾਡੀਆਂ ਡਰੱਗਸ, ਜਿਹੜੇ ਤੁਹਾਡੇ ਆ ਮਾਫੀਆਜ਼, ਚਾਹੇ ਉਹ ਰੇਤਾ ਦਾ ਹੈ, ਚਾਹੇ ਸ਼ਰਾਬ ਦਾ ਹੈ, ਚਾਹੇ ਲੈਂਡ ਗ੍ਰੈਬਿੰਗ ਦਾ ਹੈ, ਇਹ ਜਿਹੜੇ ਹੋਰ ਛੋਟੇ ਮੋਟੇ ਜਿਹੜੇ ਇੱਥੇ ਅੱਜ ਔਰਤ ਦੀ ਹਿਫਾਜ਼ਤ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਇੱਕ ਚੰਗਾ ਸ਼ਾਸਨ, ਪੁਖਤਾ ਸ਼ਾਸਨ ਗਵਰਨਮੈਂਟ ਲੈ ਕੇ ਆਏਗੀ ਕੋਈ ਪਾਰਟੀ, ਉਹ ਤਾਂ ਹੀ ਹੋਏਗੀ। ਔਰ ਉਸ ਪਾਰਟੀ, ਜੇ ਮੇਰੇ ਜ਼ਿਹਨ 'ਚ ਜੋ ਮੈਨੂੰ ਸਮਝ ਆ ਰਹੀ ਹੈ, ਉਹ ਇੱਕ ਭਾਰਤੀ ਜਨਤਾ ਪਾਰਟੀ ਹੈ, ਕਿਉਂਕਿ ਬਾਕੀ ਸਾਰਿਆਂ ਨੇ ਆਪਣੇ ਆਪਣੇ ਕਰਮ ਜਿਹੜੇ ਨੇ ਉਹ ਕਰਕੇ ਤੇ ਨੌਟੰਕੀਆਂ ਦਿਖਾਤੀਆਂ ਨੇ। ਪੰਜਾਬ 'ਚ ਕੀ ਹੋਇਆ, ਅੱਜ ਉਹੀ ਪਾਰਟੀਆਂ ਜਿਹੜੀਆਂ ਕਿ ਹਰ ਫਰੰਟ ਤੋਂ ਫੇਲ ਹੋ ਚੁੱਕੀਆਂ, ਆਪਸ 'ਚ ਫੇਰ ਉਹ ਕਹੀ ਜਾਂਦੇ ਹਮ ਇਹ ਕरेंगे वो करेंगे ਫਲਾਂ ਕरेंगे। ਸੋਢੀ ਸਾਹਿਬ 5 ਜਨਵਰੀ ਨੂੰ ਜਦੋਂ ਮੋਦੀ ਸਾਹਿਬ ਆਉਣਗੇ ਫਿਰੋਜ਼ਪੁਰ ਦੀ ਧਰਤੀ ਤੇ, ਤਾਂ ਚਰਚਾ ਇਹ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਵਿਧਾਇਕ ਜਾਂ ਮੰਤਰੀ ਆ ਸਕਦੇ ਨੇ। ਤੁਹਾਨੂੰ ਕੀ ਲੱਗਦਾ ਹੈ, ਆ ਰਹੇ ਨੇ, ਤੁਹਾਡੇ ਕੰਟੈਕਟ 'ਚ ਨੇ? ਦੇਖੋ, ਸਾਡੇ ਕੰਟੈਕਟ 'ਚ ਬਹੁਤ ਮੰਤਰੀ ਨੇ, ਐਮਐਲਏ ਨੇ, ਲੇਕਿਨ ਉਸ ਦਿਨ ਕੁਝ ਹੋਏ ਜਾਂ ਨਾ ਹੋਏ, ਇਹਦੀ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ, ਨਾ ਹੀ ਕੋਈ ਐਸਾ ਹਾਲੇ ਕੋਈ ਪ੍ਰੋਗਰਾਮ ਉਲੀਕਿਆ ਗਿਆ ਹੈ। ਸੋ ਜਾਂ ਵੈਸੇ ਸਮੇਂ ਤੇ ਆ ਕੇ ਪੱਤੇ ਖੋਲੋਗੇ ਹਾਲੇ? ਦੇਖੋ ਕੀ ਪਤਾ ਲੱਗਦਾ, ਇਹ ਤੁਹਾਨੂੰ ਪਤਾ ਸਿਆਸੀ ਕੰਮਾਂ ਦਾ ਕਿਹੜੇ ਵੇਲੇ ਕੀ ਹੋ ਜਾਣਾ, ਸੋ ਇਹ ਗੱਲ ਹੈ। ਠੀਕ ਹੈ। ਲਾਸਟ 'ਚ ਜਾਂਦੇ ਜਾਂਦੇ ਕਿ ਜਿਵੇਂ ਤੁਹਾਨੂੰ ਲੱਗਦਾ ਕਿ ਭਾਜਪਾ ਦੇ ਕੋਲ ਪੰਜਾਬ ਦਾ ਭਵਿੱਖ ਸੁਰੱਖਿਅਤ ਹੈ, ਅਜਿਹਾ ਕਿਉਂ ਹੈ? ਜ਼ਿਆਦਾਤਰ ਇਹ ਕਿਹਾ ਜਾਂਦਾ ਕਿ ਖੇਤਰੀ ਪਾਰਟੀਆਂ ਚੰਗੀਆਂ ਹੁੰਦੀਆਂ ਨੇ, ਖੇਤਰੀ ਪਾਰਟੀਆਂ ਪੰਜਾਬ ਦੇ ਹਿਸਾਬ ਨਾਲ ਸੋਚਦੀਆਂ ਨੇ ਕਿ ਪੰਜਾਬ ਫੈਡਰਲ ਸਟਰਕਚਰ ਮੰਗ ਕੀਤੀ ਜਾਂਦੀ ਹੈ ਕਿ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ, ਸਟੇਟ ਦਾ ਫਰਕ ਹੁੰਦਾ ਹੈ। ਖੁਦ ਮੁਖਤਿਆਰੀ ਦਾ ਖਮੀਜ਼ਾਂ ਤੁਸੀਂ ਭੁਗਤ ਨਹੀਂ ਲਿਆਗਾ। ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਐਮਐਲਏ ਦਾ ਵਰਡਿਕਟ ਦਿੱਤਾ, ਤੇ ਜਦੋਂ ਟਰਮ ਖਤਮ ਹੋਈ ਹੈ ਤੇ ਉਹ 3 ਹਿੱਸਿਆਂ 'ਚ ਵੰਡਿਆ ਗਿਆ। ਇਹ ਖੇਤਰੀ ਪਾਰਟੀਆਂ ਇਹ ਕੰਮ ਕਰਨਗੀਆਂ? ਤੁਸੀਂ ਦੱਸੋ ਕਿ ਖੇਤਰੀ ਪਾਰਟੀ ਦਾ, ਜੇ ਤੁਸੀਂ ਇਹ ਸੋਚਦੇ ਵੀ ਦੂਜੀ ਪਾਰਟੀ ਨਹੀਂ ਕੋਈ ਸੋਚ ਸਕਦੀ, ਨੈਸ਼ਨਲ ਪਾਰਟੀ ਜਿਹੜੇ ਹੁਣ ਐਲਾਨ ਹੋ ਰਹੇ ਨੇ, ਕੇਜਰੀਵਾਲ ਸਾਹਿਬ ਨੇ 1000 ਰੁਪਏ ਔਰਤਾਂ ਨੂੰ ਦੇਵਾਂਗੇ, ਹੋਰ ਗਰੰਟੀਆਂ ਤੇ ਗਰੰਟੀਆਂ ਦਿੰਦੇ ਨੇ। ਕਿੱਥੋਂ ਦੇਗਾ? ਮੈਂ ਪੁੱਛ ਰਿਹਾ, ਕੋਈ ਸਕੀਮ, ਕੋਈ ਖਜ਼ਾਨਾ, ਕੋਈ ਸੋਰਸ, ਕੋਈ ਰਿਸੋਰਸ, ਕਿਹਦੇ ਤੇ ਟੈਕਸ ਲਾ ਕੇ ਉਹ ਪੈਸਾ ਦਿੱਤਾ ਹੋ ਜਾਣਾ ਹੈ? ਸਿੱਧੂ ਸਾਹਿਬ ਵੀ ਇਹੀ ਕਹਿੰਦੇ ਨੇ, ਐਮਐਸਪੀ ਦੇ ਦਾਂਗੇ, ਕਹਿੰਦੇ ਪੰਜਾਬ ਦੇ ਦੇਗਾ ਐਮਐਸਪੀ, ਜਿਹੜੇ ਪੰਜਾਬ ਦੇ ਵਿੱਚ ਸਬਜ਼ੀਆਂ ਤੱਕ ਲਾਊਗਾ। ਸਿੱਧੂ ਸਾਹਿਬ ਇਹ ਤਾਂ ਦੱਸ ਦੇਣ ਪੰਜਾਬੀਆਂ ਨੂੰ ਕਿ ਵੀ ਐਮਐਸਪੀ ਦੇਣਗੇ ਕਿਵੇਂ, ਕੋਈ ਤਰੀਕਾ ਦਾ ਜਰੀਆ? ਰੇਤੇ ਤੋਂ ਕਮਾਵਾਂਗੇ, ਸ਼ਰਾਬ ਤੋਂ ਕਮਾਵਾਂਗੇ, ਸ਼ਰਾਬ ਨੂੰ ਕਾਰਪੋਰੇਸ਼ਨ ਬਣਾਵਾਂਗੇ, ਰੇਤੇ ਤੋਂ 10 ਗੁਣਾ ਜਾਂ 50 ਗੁਣਾ ਕਮਾਵਾਂਗੇ, ਇਸ ਤਰ੍ਹਾਂ। ਇਹ ਤਾਂ ਪਹਿਲਾਂ ਮੇਰੀ ਇੱਕ ਗੱਲ ਸੁਣੋ, ਇਹ ਤਾਂ ਹੁਣ ਆਪਣੇ ਜੇ ਵਾਲੀ ਗੱਲ ਆ ਗਈ ਵੀ ਜੇ ਕਿੰਨਾ ਕਮਾਉਣਗੇ ਰੇਤਾ 'ਚੋਂ, ਤੇ ਕੌਣ ਕਮਾਏਗਾ ਰੇਤਾ ਦਾ? ਅੱਜ ਕਾਂਗਰਸ ਸਰਕਾਰ ਚੱਲ ਰਹੀ ਹੈ, ਪਹਿਲਾਂ ਕਹਿੰਦੇ ਸੀ ਕੈਪਟਨ ਸਾਹਿਬ ਵੇਲੇ ਮਾਫੀਆ ਚੱਲਿਆ, ਕੈਪਟਨ ਸਾਹਿਬ ਨੂੰ ਬਦਲ ਕਰਤਾ। ਅੱਜ ਵੀ ਰੇਤਾ ਜਿਹੜਾ ਹੈਗਾ, ਇਹ ਸਿੱਧੂ ਸਾਹਿਬ ਦੀ ਜ਼ਬਾਨੀ ਹੈ, ਉਹ ਕਹਿੰਦੇ ਵੀ ਦੱਸੋ ਕਿੱਥੇ 5 ਰੁਪਏ ਨੂੰ ਰੇਤਾ ਮਿਲ ਰਿਹਾ? ਮੈਂ ਤਾਂ ਨਹੀਂ ਕਹਿ ਰਿਹਾਗਾ, ਉਹ ਕਹਿੰਦੇ ਮੈਨੂੰ ਦਿਓ ਹੁਣ ਪਾਵਰ। ਨਹੀਂ, ਸਿੱਧੂ ਸਾਹਿਬ ਕਹਿੰਦੇ ਵੀ ਸਿੱਧੂ ਸਾਹਿਬ ਨੂੰ ਦਿਓ ਪਾਵਰ ਹੁਣ, ਤੇ ਸਿੱਧੂ ਸਾਹਿਬ ਵੀ ਪਾਵਰ ਲੈ ਲੈਣ। ਇਹ ਤਾਂ ਹੁਣ ਉਹਨਾਂ ਦਾ ਇੰਟਰਨਲ ਮਸਲਾ ਹੈ, ਅਸੀਂ ਥੋੜ੍ਹਾ ਦੇਣੀ ਹੈ। ਸਾਡੇ ਵੱਲੋਂ ਚੰਨੀ ਜੀ ਨੂੰ ਲਾ ਕੇ ਸਵੇਰੇ ਸਿੱਧੂ ਨੂੰ ਬਣਾ ਦੇਣ। ਸਾਨੂੰ ਤਾਂ ਖੁਸ਼ੀ ਹੈ ਵੀ ਜੇ ਕੋਈ ਪੰਜਾਬ ਵਾਸਤੇ ਕਰੇਗਾ। 5 ਰੁਪਏ ਰੇਤਾ ਤਾਂ ਨਾ ਹੋਈ। ਤੁਸੀਂ ਅੱਜ ਮੈਨੂੰ ਇੰਜ ਕਰੋ, ਰੇਤਾ ਦੀ ਟਰਾਲੀ ਤੁਸੀਂ ਅੱਜ ਜਾ ਕੇ ਲੈ ਲਓ, 5 ਰੁਪਏ ਨੂੰ ਜੇ ਮਿਲਦੀ ਹੈ ਤੇ ਮੈਂ ਆਪਦੇ ਬਿਆਨ ਵਾਪਸ ਲੈ ਲਾਂਗਾ। ਠੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੰਜਾਬ ਦੀਆਂ ਮੰਗਾਂ ਡਟ ਕੇ ਰੱਖੋਗੇ? ਬਿਲਕੁਲ ਰੱਖਾਂਗੇ ਜੀ। ਤੇ ਉਮੀਦ ਹੈ, ਆਸ ਹੈ ਮਸਲੇ ਹੱਲ ਹੋਣ ਦੀ? ਕਿਉਂ ਨਹੀਂ ਹੋਏਗੀ? ਦੇਖੋ, ਮੰਗਾਂ ਜਿਹੜੀਆਂ ਨੇ
ਜਦੋਂ ਅਸੀਂ ਇੱਕ ਪਿੰਡ 'ਚ ਜਾਂਦੇ ਹਾਂ ਬਤੌਰ MLA, ਉਸ ਪਿੰਡ ਦੀਆਂ ਬਹੁਤ ਮੰਗਾਂ ਹੁੰਦੀਆਂ ਨੇ। ਉਹ ਕਹਿੰਦੇ ਜੀ ਆਹ ਗਲੀਆਂ ਨਾਲੀਆਂ, ਪਾਣੀ, ਸੀਵਰੇਜ, ਲਾਈਟਾਂ, ਪਾਰਕ, ਛੱਪੜ, ਇੱਕ ਉਦਾਹਰਨ ਦੇਣ ਲੱਗਾ। ਲੇਕਿਨ ਸਾਰੇ ਕੰਮ ਇੱਕੋ ਦਿਨ ਨਹੀਂ ਹੁੰਦੇ ਗੇ। ਉਹਨੂੰ ਫਿਰ ਅਸੀਂ ਕਹਿੰਦੇ ਵੀ ਭਾਈ ਆਲਾ ਫੜ, ਪਹਿਲਾਂ ਤੂੰ ਫਿਰਨੀ ਬਣਾ, ਆ 10 ਲੱਖ ਰੁਪਇਆ ਤੈਨੂੰ ਦੇਣ ਲੱਗੇ। ਫਿਰ ਅਗਲੇ ਸਾਲ ਉਹਨੂੰ ਕਹੀਦਾ ਵੀ ਤੂੰ ਹੁਣ ਆ ਛੱਪੜ ਤੇ ਆ ਸੀਵਰੇਜ ਦਾ ਕੰਮ ਕਰ ਲੈ। ਪੰਜਾਬ ਦੀਆਂ ਵੀ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਨੇ, ਅਧੂਰੇ ਪਏ ਨੇ, ਡਿਵੈਲਪਮੈਂਟ ਦੇ ਵੀ ਪਏ ਨੇ, ਦੂਜੇ ਤੀਜੇ ਵੀ ਪਏ ਨੇ। ਉਹ ਸਾਰੇ ਮਸਲੇ ਜਿਹੜੇ ਨੇ ਗੰਭੀਰਤਾ ਨੇਕ ਨੀਤੀ ਨਾਲ ਜੇ ਤੁਸੀਂ ਸੋਚਣ ਲੱਗ ਜਾਓ ਤੇ ਤੁਹਾਡੇ ਕੰਮ ਹੁੰਦੇ ਨੇ। ਭਾਜਪਾ ਦੀ ਜਿਹੜੀ ਸੋਚ ਹੈ ਉਹ ਨੇਕ ਨੀਤੀ ਹੈ, ਇਹ ਮੈਂ ਕਹਿਣਾ ਚਾਹੁੰਦਾ। ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭਾਜਪਾ ਵੱਡਾ ਅਹੁਦਾ ਦੇ ਸਕਦੀ ਹੈ, CM ਕੈਂਡੀਡੇਟ ਵੀ ਪ੍ਰੋਜੈਕਟ ਕਰ ਸਕਦੀ ਹੈ। ਦੇਖੋ, ਮੈਂ ਕਹਿ ਰਿਹਾ ਕਿ ਇਹ ਮੇਰੀ ਨਾ ਇਸ ਵੇਲੇ ਕੋਈ ਉਮੀਦ ਹੈ, ਨਾ ਮੇਰੀ ਸੋਚ ਹੈ। ਇਹ ਸਾਰੀ ਗੱਲ ਜਿਹੜੀ ਹੈ ਇਹਦਾ ਫੈਸਲਾ ਸਾਡੀ ਹਾਈ ਕਮਾਂਡ, ਮੋਦੀ ਸਾਹਿਬ, ਪੰਜਾਬ ਦੇ ਜਿਹੜੇ ਕਾਰਿਆਕਰਤਾ ਨੇ, ਪ੍ਰਧਾਨ ਜੀ ਅਸ਼ਵਨੀ ਜੀ, ਸਾਡੇ ਇੱਥੋਂ ਦੇ ਇੰਚਾਰਜ ਨੇ ਸ਼ੇਖਾਵਤ ਸਾਹਿਬ, ਜਾਂ ਹੋਰ ਜਿਹੜੀ ਲੀਡਰਸ਼ਿਪ ਹੈਗੀ, ਨੱਡਾ ਸਾਹਿਬ ਸਾਡੇ ਕੌਮੀ ਪ੍ਰਧਾਨ ਨੇ, ਇਹ ਸਾਰੀਆਂ ਗੱਲਾਂ ਉਹਨਾਂ ਦੇ ਲੈਵਲ ਦੀਆਂ ਨੇ। ਇਹ ਕਹਿਣਾ ਕਿ ਮੈਨੂੰ ਆਹ ਬਣਾਓ, ਇਹ ਬਣਾਓ, ਇਹ ਰਾਣਾ ਸੋਢੀ ਨੇ ਕਦੀ ਅੱਜ ਤਾਈਂ ਨਹੀਂ ਕਿਹਾਗਾ ਤੇ ਨਾ ਹੀ ਕਦੀ ਕਵਾਂਗਾ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ Z+ ਸਿਕਿਉਰਿਟੀ ਮਿਲ ਗਈ, ਤੁਹਾਡੇ ਤੇ ਸਵਾਲ ਚੁੱਕੇ ਜਾਂਦੇ ਨੇ ਕਿ ਭਾਜਪਾ 'ਚ ਗਏ ਤਾਂ Z+ ਸਿਕਿਉਰਿਟੀ ਮੇਰੇ ਮਿਲ ਕੋਲ ਗਈ, ਤਾਂ ਪਹਿਲਾਂ ਵੀ ਸੀਗੀ, ਪਰ ਹੁਣ ਤਾਂ ਭਾਜਪਾ 'ਚ ਜਾਣ ਤੋਂ ਬਾਅਦ ਮਿਲੀ ਹੈ ਨਾ। ਮੈਂ ਕਿਹਾ ਜੀ ਭਾਜਪਾ ਦੀ ਸਰਕਾਰ ਵੇਲੇ ਮੇਰੇ ਕੋਲ ਤਾਂ 2017 ਤੱਕ ਸਿਕਿਉਰਿਟੀ ਰਹੀ ਹੈ, ਕਿਉਂਕਿ ਉਸ ਤੋਂ ਬਾਅਦ ਮੈਂ ਮੰਤਰੀ ਬਣ ਗਿਆ ਸੀਗਾ। ਫਿਰ ਮੇਰੀ ਸਿਕਿਉਰਿਟੀ ਮੈਂ ਪੰਜਾਬ ਦੀ ਲੈ ਲਈ ਸੀ, ਇਹ ਲੈ ਲਈ। ਲੇਕਿਨ ਜਦੋਂ ਮੈਂ ਭਾਜਪਾ 'ਚ ਗਿਆ ਤਾਂ ਮੇਰਾ ਸਾਰਾ ਜਿਹੜਾ ਉਹਨਾਂ ਨੇ ਦੇਖਿਆ, ਦੁਬਾਰਾ ਰੀਚੈੱਕ ਕੀਤਾ ਤੇ ਇਹ ਉਹਨਾਂ ਨੇ ਇਸ ਮਹਿਸੂਸ ਕੀਤਾ ਕਿ ਇਹਨੂੰ ਇਸ ਚੀਜ਼ ਦੀ ਲੋੜ ਹੈ। ਵਰਕਰਾਂ ਨਾਲ ਹੁਣ ਕੋਈ ਨਾਰਾਜ਼ ਤਾਂ ਨਹੀਂ ਤੁਹਾਤੋਂ, ਆਪਣੇ ਵਰਕਰ ਜਿਹੜੇ ਕਹਿੰਦੇ ਹੁਣ ਕਿ ਤੁਸੀਂ ਗਲਤ ਸਟੈਪ ਲੈ ਲਿਆ ਭਾਜਪਾ 'ਚ ਜਾਣ ਦਾ, ਖਾਸ ਕਰ ਕਿਸਾਨ? ਵਰਕਰਸ ਜਿਹੜੇ ਹੁੰਦੇ ਨਾ, ਇਹ ਤੁਹਾਡੇ ਬੱਚੇ ਹੁੰਦੇ ਨੇ, ਰੀੜ੍ਹ ਦੀ ਹੱਡੀ ਹੁੰਦੇ ਨੇ, ਜਿਸਮ ਦਾ ਹਿੱਸਾ ਹੁੰਦੇ ਨੇ। ਨਾਰਾਜ਼ ਹੋ ਵੀ ਜਾਂਦੇ ਨੇ, ਪਰ ਜਿਹੜੇ ਨਾਰਾਜ਼ ਨੇ ਉਹ ਮੈਥੋਂ ਬਾਹਰ ਨਹੀਂ ਹੈਗੇ। ਮੈਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਘਰੇ ਜਾਵਾਂਗਾ, ਉਹਨਾਂ ਨੂੰ ਜਦੋਂ ਗੱਲ ਸਮਝਾਵਾਂਗਾ। ਜਿਹੜਾ ਕੋਈ ਮੇਰਾ ਭਰਾ ਜਾਂ ਹੋਰ ਭੈਣ ਨਾਰਾਜ਼ ਹੈ, ਮੈਂ ਉਹਨਾਂ ਕੋਲ ਮਾਫੀ ਵੀ ਮੰਗਾਂਗਾ ਕਿ ਜੇ ਮੈਂ ਇਹ ਕਦਮ ਚੁੱਕਿਆ ਤੇ ਇਹ ਜਨਤਾ ਦੀ ਭਲਾਈ ਵਾਸਤੇ, ਪੰਜਾਬ ਦੀ ਭਲਾਈ ਵਾਸਤੇ ਹੈ। ਸੋ ਇਸ ਕਰਕੇ ਮੇਰੇ ਵਰਕਰਸ ਮੇਰੇ ਨਾਲ ਨੇ, ਪੁਰਜ਼ੋਰ ਮੇਰੇ ਨਾਲ ਨੇ ਔਰ ਨਾਲ ਖੜੇ ਨੇ। ਲੇਕਿਨ ਫਿਰ ਵੀ ਜੇ ਕੋਈ ਇੱਕਾ ਦੁੱਕਾ ਸੱਜੇ ਖੱਬੇ ਨਾਰਾਜ਼ ਹੈ ਤਾਂ ਮੈਂ ਉਹਦਾ ਹੱਥ ਨਹੀਂ ਛੱਡਾਂਗਾ, ਮੈਂ ਉਹਦੇ ਕੋਲ ਧੰਨਵਾਦ ਰਾਣਾ ਗੁਰਮੀਤ ਸਿੰਘ ਸੋਢੀ ਜੀ ਗੱਲਬਾਤ ਕਰਨ ਦੇ ਲਈ। ਤਾਂ ਬੇਬਾਕੀ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਨੇ। ਕਹਿਣਾ ਉਹਨਾਂ ਦਾ ਇਹ ਹੈ ਕਿ ਪੰਜਾਬ ਦਾ ਭਵਿੱਖ ਜਿਹੜਾ ਉਹ ਭਾਜਪਾ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਹੋ ਸਕਦਾ ਹੈ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਆ ਰਹੇ ਨੇ, ਵੱਡੇ ਐਲਾਨ ਹੋ ਸਕਦੇ ਨੇ, ਪੰਜਾਬ ਨੂੰ ਕੀ ਕੁਝ ਮਿਲਦਾ ਦੇਖਣਾ ਹੋਏਗਾ। ਪਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਸ ਜ਼ਰੂਰ ਹੈ ਕਿ ਪੰਜਾਬ ਜਿਹੜਾ ਅੱਗੇ ਵਧੇਗਾ ਤੇ ਭਾਜਪਾ ਦੇ ਸਾਥ ਨਾਲ ਵਧੇਗਾ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।